ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 8 ਜੁਲਾਈ 2020 ਸ਼੍ਰੇਣੀ 7ਵੀਂ ਪਾਠ ਨੰਬਰ 14 ਦਾ ਜੋ ਕੰਮ ਆਇਆ ਹੈ ਉਹ ਕਰਾਂਗੇ। ਜਿਵੇਂ ਕਿ ਸਾਨੂੰ ਪਤਾ ਹੈ ਕਿ 15ਵੀਂ ਸਦੀ ਦੇ ਵਿੱਚ ਭਾਰਤ ਉੱਤੇ ਦਿੱਲੀ ਸਲਤਨਤ ਦਾ ਰਾਜ ਸੀ, ਜਿਸ ਦੀ ਨੀਂਹ ਕੁਤਬਉੱਦੀਨ ਐਬਕ ਨੇ 1206 ਵਿੱਚ ਰੱਖੀ ਸੀ, ਜੋ ਕਿ ਮੁਹੰਮਦ ਗੌਰੀ ਦਾ ਗੁਲਾਮ ਸੀ। ਅਤੇ 1206 ਤੋਂ ਲੈ ਕੇ 1210 ਤੱਕ ਕੁਤਬਉੱਦੀਨ ਐਬਕ ਨੇ ਰਾਜ ਕੀਤਾ ਸੀ। ਉਸ ਤੋਂ ਬਾਅਦ ਇਲਤੁਤਮਿਸ਼, ਫਿਰ ਆਰਾਮ ਸ਼ਾਹ, ਫਿਰ ਉਸ ਦੀ ਪੁੱਤਰੀ ਰਜੀਆ, ਫਿਰ ਉਸ ਤੋਂ ਅੱਗੇ ਅੱਗੇ ਖਲਜੀ ਵੰਸ਼, ਫਿਰ ਤੁਗਲਕ ਵੰਸ਼, ਫਿਰ ਸੈਯਦ ਵੰਸ਼ ਅਤੇ ਆਖਰੀ ਵੰਸ਼ ਸੀਗਾ ਦਿੱਲੀ ਸਲਤਨਤ ਦਾ ਲੋਧੀ ਵੰਸ਼, ਜਿਸ ਦੀ ਸਥਾਪਨਾ 1451 ਈਸਵੀ ਦੇ ਵਿੱਚ ਬਹਿਲੋਲ ਖਾਂ ਲੋਧੀ ਨੇ ਕੀਤੀ ਸੀ। ਬਹਿਲੋਲ ਖਾਂ ਲੋਧੀ ਨੇ 1451 ਤੋਂ ਲੈ ਕੇ 1499 ਈਸਵੀ ਤੱਕ ਰਾਜ ਕੀਤਾ ਸੀ। ਫਿਰ ਉਸ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਧੀ, ਜੋ ਕਿ 1499 ਤੋਂ ਲੈ ਕੇ 1597 ਈਸਵੀ 1499 ਤੋਂ ਲੈ ਕੇ 1517 ਈਸਵੀ ਤੱਕ ਰਾਜ ਕੀਤਾ। 1517 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਇਬਰਾਹਿਮ ਲੋਧੀ ਨੇ ਰਾਜ ਕੀਤਾ ਸੀ। ਤਾਂ 15ਵੀਂ ਸਦੀ ਵਿੱਚ ਭਾਰਤੀ ਉਪ ਮਹਾਦੀਪ, ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਕਿ ਉਪ ਮਹਾਦੀਪ, ਭਾਰਤ ਨੂੰ ਉਪ ਮਹਾਦੀਪ ਕਿਹਾ ਜਾਂਦਾ ਸੀ, ਜਿਸ ਦੇ ਵਿੱਚ 6 ਜੋ ਅੱਜ ਕੱਲ੍ਹ ਭਾਰਤ ਦੇ ਗਵਾਂਢੀ ਦੇਸ਼ ਬਣ ਚੁੱਕੇ ਹਨ, ਉਹ ਦੇਸ਼ ਕਦੇ ਭਾਰਤੀ ਉਪ ਮਹਾਦੀਪ ਦਾ ਹਿੱਸਾ ਸਨ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਭਾਰਤ, ਇਹ ਸਾਰੇ ਦੇ ਸਾਰੇ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਭਾਰਤ, ਇਹ ਸਾਰੇ ਦੇ ਸਾਰੇ ਮਿਲ ਕੇ ਇੱਕ ਭਾਰਤੀ ਉਪ ਮਹਾਦੀਪ ਨੂੰ ਬਣਾਉਂਦੇ ਸਨ। ਤਾਂ ਉਸ ਸਮੇਂ 15ਵੀਂ ਸਦੀ ਦੇ ਵਿੱਚ ਭਾਰਤੀ ਜੋ ਉਪ ਮਹਾਦੀਪ ਸੀ, ਭਾਰਤੀ ਉਪ ਮਹਾਦੀਪ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪਣਾ ਆਪਣਾ ਅਧਿਕਾਰ, ਆਪਣੀ ਆਪਣੀ ਪ੍ਰਭੂਸੱਤਾ ਜਮਾਉਣ ਦੇ ਲਈ ਆਪਸ ਦੇ ਵਿੱਚ ਲੜਾਈਆਂ ਕਰ ਰਹੇ ਸਨ। ਤਾਂ ਇਸ ਲੜਾਈ ਦਾ ਫਾਇਦਾ ਮੁਗਲ ਬਾਦਸ਼ਾਹ, ਕਾਬੁਲ ਦੇ ਬਾਦਸ਼ਾਹ ਬਾਬਰ ਨੇ ਉਠਾਇਆ ਸੀ, ਕਿਉਂਕਿ ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਸੀ ਅਤੇ ਉਸ ਦੇ ਪੁੱਤਰ ਨੂੰ ਦਿੱਲੀ ਬੁਲਾ ਕੇ ਉਸ ਦਾ ਅਪਮਾਨ ਕੀਤਾ ਸੀ। ਇਸ ਅਪਮਾਨ ਦਾ ਬਦਲਾ ਲੈਣ ਦੇ ਲਈ ਦੌਲਤ ਖਾਂ ਲੋਧੀ ਅਤੇ ਮੇਵਾੜ, ਜੋ ਕਿ ਰਾਜਸਥਾਨ ਦੇ ਵਿੱਚ ਹੈ, ਉਸ ਸਮੇਂ ਉੱਤਰੀ ਭਾਰਤ ਵਿੱਚ ਰਾਜਪੂਤਾਂ ਦੇ ਛੋਟੇ ਛੋਟੇ ਰਾਜ ਸਥਾਪਿਤ ਸਨ, ਜਿਨ੍ਹਾਂ ਵਿੱਚੋਂ ਮੇਵਾੜ ਇੱਕ ਸੀ। ਤਾਂ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ ਸੀ। ਤਾਂ ਬਾਬਰ ਨੇ 21 ਅਪ੍ਰੈਲ 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਪਾਣੀਪਤ ਦੀਆਂ ਲੜਾਈਆਂ 3 ਹੋਈਆਂ ਨੇ ਅਤੇ ਤਿੰਨਾਂ ਲੜਾਈਆਂ ਦੇ ਦੌਰਾਨ ਹਰ ਵਾਰ ਇੱਕ ਨਵੇਂ ਯੁੱਗ ਦਾ ਸ਼ੁਰੂ ਹੁੰਦਾ ਆਇਆ ਭਾਰਤ ਦੇ। ਤਾਂ ਬਾਬਰ ਨੇ 21 ਅਪ੍ਰੈਲ 1526 ਈਸਵੀ ਨੂੰ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾਇਆ ਅਤੇ ਆਪਣੇ ਨਵੇਂ ਮੁਗਲ ਵੰਸ਼ ਦੀ ਸਥਾਪਨਾ ਕੀਤੀ। ਹੁਣ ਮੁਗਲ ਕੌਣ ਸਨ? ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਂ ਦੇ ਉੱਤਰਾਧਿਕਾਰੀ ਸਨ। ਜੋ ਮੰਗੋਲ ਅਸੀਂ ਪੜ੍ਹਿਆ ਸੀ ਕਿ ਇਲਤੁਤਮਿਸ਼ ਨੇ ਚੰਗੇਜ਼ ਖਾਂ ਦੀ ਗਵਾਹੀ ਵਿੱਚ
ਆ ਰਹੀ ਮੰਗੋਲ ਫੌਜ ਨੂੰ ਭਾਰਤ 'ਤੇ ਹਮਲਾ ਕਰਨ ਤੋਂ ਹਟਾਇਆ ਸੀ। ਭਾਵ ਭਾਰਤ ਨੂੰ ਚੰਗੇਜ਼ ਖਾਂ ਦੇ ਹਮਲੇ ਤੋਂ ਬਚਾਇਆ ਸੀ। ਦੇਖੋ, ਜੋ ਇਲਤੁਤਮਿਸ਼ ਸੀ ਉਸਨੇ ਰਾਜ ਕੀਤਾ ਸੀ 1211 ਤੋਂ। ਜੇ ਉੱਥੇ ਹੀ ਚੰਗੇਜ਼ ਖਾਂ ਹਮਲਾ ਕਰ ਦਿੰਦਾ ਤਾਂ ਉਦੋਂ ਹੀ ਮੁਗਲਾਂ ਦਾ ਰਾਜ ਸਥਾਪਿਤ ਹੋ ਜਾਂਦਾ। ਪਰ ਜਿਵੇਂ ਕਿ ਕਹਾਵਤ ਹੈ ਕਿ ਦਾਣੇ ਦਾਣੇ ਉੱਤੇ ਵਿਅਕਤੀ ਦਾ ਨਾਮ ਲਿਖਿਆ ਹੋਇਆ, ਤਾਂ 1211 ਦੇ ਵਿੱਚ ਇਹਨਾਂ ਮੁਗਲਾਂ ਦਾ ਭਾਰਤ ਦੇ ਦਾਣਾ ਪਾਣੀ ਉੱਤੇ ਨਾਮ ਨਹੀਂ ਲਿਖਿਆ ਸੀ। ਤਾਂ ਕਰਕੇ ਉਦੋਂ ਜੋ ਇਲਤੁਤਮਿਸ਼ ਦਿੱਲੀ ਸਲਤਨਤ ਦਾ ਤੀਜਾ ਸੁਲਤਾਨ ਕੁਤਬੁਦੀਨ ਐਬਕ ਰਾਮ ਸ਼ਾਹ ਨੂੰ ਮਾਰਤਾ ਇਲਤੁਤਮਿਸ਼ ਨੇ, ਅਤੇ ਉਹ ਸੁਲਤਾਨ ਬਣਿਆ ਸੀ ਦਿੱਲੀ ਦਾ। ਤਾਂ ਉਦੋਂ ਇਲਤੁਤਮਿਸ਼ ਨੇ ਮੰਗੋਲਾਂ ਦੇ ਹਮਲੇ ਚੰਗੇਜ਼ ਖਾਂ ਦੀ ਅਗਵਾਈ ਵਿੱਚ ਜੋ ਆ ਰਹੇ ਸਨ ਉਹਨਾਂ ਤੋਂ ਭਾਰਤ ਨੂੰ ਬਚਾਇਆ ਸੀ। ਤਾਂ ਉਦੋਂ ਤੋਂ ਬਚਾਇਆ ਹੋਇਆ ਭਾਰਤ 1519 ਈਸਵੀ ਤੱਕ ਇਹਨਾਂ ਮੁਗਲਾਂ ਦੇ ਹਮਲਿਆਂ ਤੋਂ ਸੁਰੱਖਿਅਤ ਰਿਹਾ ਸੀ। ਤਾਂ ਬਾਬਰ ਨੇ 1519 ਵਿੱਚ ਜਾ ਕੇ ਭਾਰਤ ਉੱਤੇ ਹਮਲੇ ਸ਼ੁਰੂ ਕੀਤੇ ਸਨ। ਤਾਂ ਅਸੀਂ ਹਿਸਾਬ ਲਾ ਸਕਦੇ ਹਾਂ ਕਿ 1211 ਅਤੇ ਕਿੱਥੇ 1526, ਲਗਭਗ 300 ਸਾਲ ਇਹਨਾਂ ਮੰਗੋਲਾਂ ਨੇ ਭਾਰਤ ਵੱਲ ਮੂੰਹ ਨਹੀਂ ਕੀਤਾ ਸੀ, ਕਿਉਂਕਿ ਜੋ ਸੁਲਤਾਨ ਸੀ ਉਹ ਇਹਨਾਂ ਦਾ ਹਰ ਵਾਰ ਉੱਤਰ ਪੱਛਮੀ ਸਰਹੱਦ 'ਤੇ ਪੰਜਾਬ ਵਾਲੇ ਇਲਾਕੇ 'ਤੇ ਹੀ ਇਹਨਾਂ ਨੂੰ ਰੋਕ ਦਿੰਦੇ ਸਨ। ਤਾਂ 1526 ਦੇ ਵਿੱਚ ਕਿਉਂਕਿ 15ਵੀਂ ਸਦੀ ਦੇ ਵਿੱਚ ਦਿੱਲੀ ਦੇ ਸੁਲਤਾਨ ਘਰੇਲੂ ਬਗਾਵਤ ਕਰਕੇ ਖੇਰੂ ਹੋ ਗਏ ਸਨ, ਜਿਸ ਕਰਕੇ ਇਹਨਾਂ ਮੰਗੋਲਾਂ ਦੇ ਅਗਲੇ ਖਾਨਦਾਨ ਮੁਗਲਾਂ ਨੂੰ ਮੌਕਾ ਮਿਲਿਆ। ਤਾਂ ਜੋ ਮੁਗਲ ਸੀ ਇਹ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਂ, ਤੁਹਾਨੂੰ ਮੈਂ ਦੱਸਤਾ ਵੀ ਚੰਗੇਜ਼ ਖਾਂ ਇਲਤੁਤਮਿਸ਼ 1211 ਵਿੱਚ ਉਸਨੇ ਰਾਜ ਕੀਤਾ। ਉਦੋਂ ਹਮਲਾ ਕਰਨ ਆਏ ਸੀ ਭਾਰਤ ਉੱਤੇ, ਪਰ ਉਸਨੇ ਬੜੀ ਸਿਆਣਪ ਨਾਲ ਉਹਨਾਂ ਨੂੰ ਹਮਲਾ ਕਰਨ ਤੋਂ ਬਿਨਾਂ ਲੜਾਈ ਕੀਤੇ ਹੀ ਰੋਕਿਆ ਸੀ। ਫਿਰ 1211 ਤੋਂ ਬਾਅਦ 300 ਸਾਲਾਂ ਦੇ ਬਾਅਦ ਲਗਭਗ 1519 ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਸੀ ਭਾਰਤ ਉੱਤੇ। ਉਹ ਵੀ ਦੌਲਤ ਖਾਂ ਲੋਧੀ ਹੋਰਾਂ ਦੇ ਕਹਿਣ 'ਤੇ। ਜੇਕਰ ਇਬਰਾਹਿਮ ਲੋਧੀ ਦੌਲਤ ਖਾਂ ਲੋਧੀ ਨਾਲ ਭੈੜਾ ਸਲੂਕ ਨਾ ਕਰਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਤਾਂ ਫਿਰ 21 ਅਪ੍ਰੈਲ 1526 ਈਸਵੀ ਨੂੰ ਇਬਰਾਹਿਮ ਲੋਧੀ ਨੂੰ ਬਾਬਰ ਨੇ ਹਰਾਇਆ। ਲੜਾਈ ਪਹਿਲੀ ਹੋਈ ਪਾਣੀਪਤ ਦੀ, ਅਤੇ ਉਸਨੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਜੇਕਰ ਤੁਹਾਨੂੰ ਕੁਐਸਚਨ ਆ ਜਾਵੇ ਕਿ ਬਾਬਰ ਕਿੱਥੋਂ ਦਾ ਸੀ, ਬਾਬਰ ਕਾਬੁਲ, ਜੋ ਕਿ ਅੱਜ ਕੱਲ੍ਹ ਅਫਗਾਨਿਸਤਾਨ ਦੀ ਰਾਜਧਾਨੀ ਹੈ, ਉੱਥੋਂ ਦਾ ਸੀ, ਉੱਥੋਂ ਦਾ ਸ਼ਾਸਕ ਸੀ। ਬਾਬਰ ਕੌਣ ਸੀ? ਬਾਬਰ ਮੁਗਲ ਸੀ। ਬਾਬਰ ਕਿਸ ਦੇ ਖਾਨਦਾਨ ਵਿੱਚੋਂ ਸੀ? ਚੰਗੇਜ਼ ਖਾਂ ਦੇ ਖਾਨਦਾਨ ਵਿੱਚੋਂ ਸੀ। ਬਾਬਰ ਨੇ ਕਿਸ ਸਾਮਰਾਜ ਦੀ ਨੀਂਹ ਰੱਖੀ? ਮੁਗਲ ਸਾਮਰਾਜ ਦੀ ਨੀਂਹ ਰੱਖੀ। ਤੁਹਾਨੂੰ ਉਲਟ ਵੀ ਆ ਸਕਦਾ ਕਿ ਮੁਗਲ ਸਾਮਰਾਜ ਦੀ ਨੀਂਹ ਕਿਸ ਨੇ ਰੱਖੀ? ਬਾਬਰ ਨੇ ਰੱਖੀ, ਜੋ ਕਿ 1526 ਈਸਵੀ ਤੋਂ ਲੈ ਕੇ 1530 ਈਸਵੀ ਤੱਕ ਰਿਹਾ। ਹੁਣ ਅਸੀਂ ਬਾਬਰ ਬਾਰੇ ਕਰਾਂਗੇ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਉਹ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ 'ਤੇ ਮੱਧ ਏਸ਼ੀਆ ਤੋਂ ਭਾਰਤ ਆਇਆ। ਬਾਬਰ ਨੇ 1526 ਈਸਵੀ ਨੂੰ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰਾ 'ਤੇ ਕਬਜ਼ਾ ਕਰ ਲਿਆ। ਬਾਬਰ ਵੱਲੋਂ ਅਜਿਹਾ ਕਰਨ 'ਤੇ ਕਿਉਂਕਿ ਰਾਣਾ ਸਾਂਗਾ ਨੂੰ ਇਸ ਤਰ੍ਹਾਂ ਸੀ ਕਿ ਬਾਬਰ ਆਗਰਾ ਅਤੇ ਦਿੱਲੀ 'ਤੇ ਕਬਜ਼ਾ ਨਹੀਂ ਕਰੇਗਾ। ਤਾਂ ਜਦੋਂ ਬਾਬਰ ਨੇ ਦਿੱਲੀ ਅਤੇ ਆਗਰਾ 'ਤੇ ਕਬਜ਼ਾ ਕਰ ਲਿਆ ਤਾਂ ਇਹ ਗੱਲ ਰਾਣਾ ਸਾਂਗਾ ਬਰਦਾਸ਼ਤ ਨਾ ਕਰ ਸਕਿਆ। ਜਦੋਂ ਉਹ ਬਰਦਾਸ਼ਤ ਨਾ ਕਰ ਸਕਿਆ ਤਾਂ ਬਦਲੇ ਵਿੱਚ ਆ ਕੇ
ਉਸਨੇ ਬਾਬਰ ਨਾਲ ਲੜਾਈ ਕੀਤੀ ਤਾਂ ਬਾਬਰ ਨੇ 1527 ਈਸਵੀ ਵਿੱਚ ਖਨੂਆ ਦੀ ਲੜਾਈ ਵਿੱਚ ਉਸ ਨੂੰ ਵੀ ਹਰਾ ਦਿੱਤਾ ਤੇ ਉੱਤਰੀ ਭਾਰਤ 'ਤੇ ਅਧਿਕਾਰ ਕਰ ਲਿਆ। ਤਾਂ 1528 ਵਿੱਚ 1528 ਵਿੱਚ ਲੜਾਈ ਹੋਈ ਚੰਦੇਰੀ ਦੀ। ਉਸ ਵਿੱਚ ਉਸਨੇ ਰਾਜਪੂਤਾਂ ਨੂੰ ਤੇ 1529 ਵਿੱਚ ਉਸਨੇ ਅਫਗਾਨਾਂ ਨੂੰ ਘਾਗਰਾ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਬਾਬਰ ਨੇ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਇਹਨਾਂ ਚਾਰੇ ਲੜਾਈਆਂ ਨੂੰ ਕਿਵੇਂ ਯਾਦ ਕਰਨਾ, ਇਹ ਮੈਂ ਤੁਹਾਨੂੰ ਅੱਜ ਹੀ 2 ਜਾਂ 3 ਮਿੰਟ ਦੀ ਵੱਖਰੀ ਵੀਡੀਓ ਬਣਾ ਕੇ ਇਸ ਦਾ ਤਰੀਕਾ ਦੱਸ ਦੇਵਾਂਗਾ, ਤਾਂ ਕਿ ਤੁਹਾਨੂੰ ਯਾਦ ਹੋ ਜਾਵੇ ਕਿ ਲੜਾਈ ਪਹਿਲੀ ਕਿਹੜੀ ਹੋਈ, ਦੂਜੀ ਕਿਹੜੀ ਹੋਈ, ਤੀਜੀ ਕਿਹੜੀ ਹੋਈ ਤੇ ਚੌਥੀ ਕਿਹੜੀ ਹੋਈ, ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ। 1530 ਨੂੰ ਬਾਬਰ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਹਿਮਾਯੂ ਉਸ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ। ਮੁਗਲ ਕੌਣ ਸਨ? ਇਹ ਅਸੀਂ ਪੜ੍ਹ ਹੀ ਲਿਆ। ਮੁਗਲ ਕੌਣ ਸਨ? ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ? ਬਾਬਰ ਨੇ ਭਾਰਤ ਦੀ ਧਨ ਦੌਲਤ ਬਾਰੇ ਸੁਣਿਆ। ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ। ਸਹੀ ਮਿਲਾਨ ਕਰੋ। ਬਾਬਰ ਦੀ ਮੌਤ 1530, ਕਾਨਵਾ ਦੀ ਲੜਾਈ 1528, ਫਿਰ ਲੜਾਈ ਹੋਈ ਚੰਦੇਰੀ ਦੀ 1530। ਇਸ ਤਰ੍ਹਾਂ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਪਾਠ ਨੰਬਰ 14 ਮੁਗਲ ਸਾਮਰਾਜ ਦੇ ਬਾਬਰ ਬਾਰੇ ਪੜ੍ਹਿਆ ਹੈ ਅਤੇ ਹੇਠਾਂ ਇਸ ਦੇ ਸਾਰੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਧੰਨਵਾਦ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 8 ਜੁਲਾਈ 2020 ਸ਼੍ਰੇਣੀ 7ਵੀਂ ਪਾਠ ਨੰਬਰ 14 ਦਾ ਜੋ ਕੰਮ ਆਇਆ ਹੈ ਉਹ ਕਰਾਂਗੇ। ਜਿਵੇਂ ਕਿ ਸਾਨੂੰ ਪਤਾ ਹੈ ਕਿ 15ਵੀਂ ਸਦੀ ਦੇ ਵਿੱਚ ਭਾਰਤ ਉੱਤੇ ਦਿੱਲੀ ਸਲਤਨਤ ਦਾ ਰਾਜ ਸੀ, ਜਿਸ ਦੀ ਨੀਂਹ ਕੁਤਬਉੱਦੀਨ ਐਬਕ ਨੇ 1206 ਵਿੱਚ ਰੱਖੀ ਸੀ, ਜੋ ਕਿ ਮੁਹੰਮਦ ਗੌਰੀ ਦਾ ਗੁਲਾਮ ਸੀ। ਤੇ 1206 ਤੋਂ ਲੈ ਕੇ 1210 ਤੱਕ ਕੁਤਬਉੱਦੀਨ ਐਬਕ ਨੇ ਰਾਜ ਕੀਤਾ ਸੀ। ਉਸ ਤੋਂ ਬਾਅਦ ਇਲਤੁਤਮਿਸ਼, ਫਿਰ ਆਰਾਮ ਸ਼ਾਹ, ਫਿਰ ਉਸ ਦੀ ਪੁੱਤਰੀ ਰਜੀਆ, ਫਿਰ ਉਸ ਤੋਂ ਅੱਗੇ ਖਲਜੀ ਵੰਸ਼, ਫਿਰ ਤੁਗਲਕ ਵੰਸ਼, ਫਿਰ ਸੈਯਦ ਵੰਸ਼ ਅਤੇ ਆਖਰੀ ਵੰਸ਼ ਸੀਗਾ ਦਿੱਲੀ ਸਲਤਨਤ ਦਾ ਲੋਧੀ ਵੰਸ਼, ਜਿਸ ਦੀ ਸਥਾਪਨਾ 1451 ਈਸਵੀ ਦੇ ਵਿੱਚ ਬਹਿਲੋਲ ਖਾਂ ਲੋਧੀ ਨੇ ਕੀਤੀ ਸੀ। ਬਹਿਲੋਲ ਖਾਂ ਲੋਧੀ ਨੇ 1451 ਤੋਂ ਲੈ ਕੇ 1499 ਈਸਵੀ ਤੱਕ ਰਾਜ ਕੀਤਾ ਸੀ। ਫਿਰ ਉਸ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਧੀ, ਜੋ ਕਿ 1499 ਤੋਂ ਲੈ ਕੇ 1597 ਈਸਵੀ 1499 ਤੋਂ ਲੈ ਕੇ 1517 ਈਸਵੀ ਤੱਕ ਰਾਜ ਕੀਤਾ। 1517 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਇਬਰਾਹਿਮ ਲੋਧੀ ਨੇ ਰਾਜ ਕੀਤਾ ਸੀ। ਤਾਂ 15ਵੀਂ ਸਦੀ ਵਿੱਚ ਭਾਰਤੀ ਉਪ ਮਹਾਦੀਪ, ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਕਿ ਉਪ ਮਹਾਦੀਪ, ਭਾਰਤ ਨੂੰ ਉਪ ਮਹਾਦੀਪ ਕਿਹਾ ਜਾਂਦਾ ਸੀ, ਜਿਸ ਦੇ ਵਿੱਚ 6 ਜੋ ਅੱਜ ਕੱਲ੍ਹ ਭਾਰਤ ਦੇ ਗਵਾਂਢੀ ਦੇਸ਼ ਬਣ ਚੁੱਕੇ ਹਨ, ਉਹ ਦੇਸ਼ ਕਦੇ ਭਾਰਤੀ ਉਪ ਮਹਾਦੀਪ ਦਾ ਹਿੱਸਾ ਸਨ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਭਾਰਤ, ਇਹ ਸਾਰੇ ਦੇ ਸਾਰੇ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਭਾਰਤ, ਇਹ ਸਾਰੇ ਦੇ ਸਾਰੇ ਮਿਲ ਕੇ ਇੱਕ ਭਾਰਤੀ ਉਪ ਮਹਾਦੀਪ ਨੂੰ ਬਣਾਉਂਦੇ ਸਨ। ਤਾਂ ਉਸ ਸਮੇਂ 15ਵੀਂ ਸਦੀ ਦੇ ਵਿੱਚ ਭਾਰਤੀ ਜੋ ਉਪ ਮਹਾਦੀਪ ਸੀ, ਭਾਰਤੀ ਉਪ ਮਹਾਦੀਪ
ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪਣਾ ਆਪਣਾ ਅਧਿਕਾਰ, ਆਪਣੀ ਆਪਣੀ ਪ੍ਰਭੂਸੱਤਾ ਜਮਾਉਣ ਦੇ ਲਈ ਆਪਸ ਦੇ ਵਿੱਚ ਲੜਾਈਆਂ ਕਰ ਰਹੇ ਸਨ। ਤਾਂ ਇਸ ਲੜਾਈ ਦਾ ਫਾਇਦਾ ਮੁਗਲ ਬਾਦਸ਼ਾਹ, ਕਾਬਲ ਦੇ ਬਾਦਸ਼ਾਹ ਬਾਬਰ ਨੇ ਉਠਾਇਆ ਸੀ, ਕਿਉਂਕਿ ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਸੀ ਅਤੇ ਉਸ ਦੇ ਪੁੱਤਰ ਨੂੰ ਦਿੱਲੀ ਬੁਲਾ ਕੇ ਉਸ ਦਾ ਅਪਮਾਨ ਕੀਤਾ ਸੀ। ਇਸ ਅਪਮਾਨ ਦਾ ਬਦਲਾ ਲੈਣ ਦੇ ਲਈ ਦੌਲਤ ਖਾਂ ਲੋਧੀ ਅਤੇ ਮੇਵਾੜ, ਜੋ ਕਿ ਰਾਜਸਥਾਨ ਦੇ ਵਿੱਚ ਹੈ, ਉਸ ਸਮੇਂ ਉੱਤਰੀ ਭਾਰਤ ਵਿੱਚ ਰਾਜਪੂਤਾਂ ਦੇ ਛੋਟੇ ਛੋਟੇ ਰਾਜ ਸਥਾਪਿਤ ਸਨ, ਜਿਨ੍ਹਾਂ ਵਿੱਚੋਂ ਮੇਵਾੜ ਇੱਕ ਸੀ। ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ ਸੀ। ਤਾਂ ਬਾਬਰ ਨੇ 21 ਅਪ੍ਰੈਲ 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਪਾਣੀਪਤ ਦੀਆਂ ਲੜਾਈਆਂ 3 ਹੋਈਆਂ ਨੇ ਅਤੇ ਤਿੰਨਾਂ ਲੜਾਈਆਂ ਦੇ ਦੌਰਾਨ ਹਰ ਵਾਰ ਇੱਕ ਨਵੇਂ ਯੁੱਗ ਦਾ ਸ਼ੁਰੂ ਹੁੰਦਾ ਆਇਆ ਭਾਰਤ ਦੇ। ਤਾਂ ਬਾਬਰ ਨੇ 21 ਅਪ੍ਰੈਲ 1526 ਈਸਵੀ ਨੂੰ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾਇਆ ਅਤੇ ਆਪਣੇ ਨਵੇਂ ਮੁਗਲ ਵੰਸ਼ ਦੀ ਸਥਾਪਨਾ ਕੀਤੀ। ਹੁਣ ਮੁਗਲ ਕੌਣ ਸਨ? ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਂ ਦੇ ਉੱਤਰਾਧਿਕਾਰੀ ਸਨ। ਜੋ ਮੰਗੋਲ ਅਸੀਂ ਪੜ੍ਹਿਆ ਸੀ ਕਿ ਇਲਤੁਤਮਿਸ ਨੇ ਚੰਗੇਜ਼ ਖਾਂ ਦੀ ਗਵਾਹੀ ਵਿੱਚ ਆ ਰਹੀ ਮੰਗੋਲ ਫੌਜ ਨੂੰ ਭਾਰਤ 'ਤੇ ਹਮਲਾ ਕਰਨ ਤੋਂ ਹਟਾਇਆ ਸੀ। ਭਾਰਤ ਨੂੰ ਚੰਗੇਜ਼ ਖਾਂ ਦੇ ਹਮਲੇ ਤੋਂ ਬਚਾਇਆ ਸੀ। ਦੇਖੋ, ਜੋ ਇਲਤੁਤਮਿਸ ਸੀ ਉਸਨੇ ਰਾਜ ਕੀਤਾ ਸੀ 1211 ਤੋਂ। ਜੇ ਉੱਥੇ ਹੀ ਚੰਗੇਜ਼ ਖਾਂ ਹਮਲਾ ਕਰ ਦਿੰਦਾ ਤਾਂ ਉਦੋਂ ਹੀ ਮੁਗਲਾਂ ਦਾ ਰਾਜ ਸਥਾਪਿਤ ਹੋ ਜਾਂਦਾ। ਪਰ ਜਿਵੇਂ ਕਿ ਕਹਾਵਤ ਹੈ ਕਿ ਦਾਣੇ ਦਾਣੇ ਉੱਤੇ ਵਿਅਕਤੀ ਦਾ ਨਾਮ ਲਿਖਿਆ ਹੋਇਆ, ਤਾਂ 1211 ਦੇ ਵਿੱਚ ਇਹਨਾਂ ਮੁਗਲਾਂ ਦਾ ਭਾਰਤ ਦੇ ਦਾਣਾ ਪਾਣੀ ਉੱਤੇ ਨਾਮ ਨਹੀਂ ਲਿਖਿਆ ਸੀ। ਤਾਂ ਕਰਕੇ ਉਦੋਂ ਜੋ ਇਲਤੁਤਮਿਸ ਦਿੱਲੀ ਸਲਤਨਤ ਦਾ ਤੀਜਾ ਸੁਲਤਾਨ ਕੁਤਬੁਦੀਨ ਐਬਕ ਰਾਮ ਸ਼ਾਹ ਨੂੰ ਮਾਰਤਾ ਇਲਤੁਤਮਿਸ ਨੇ ਅਤੇ ਉਹ ਸੁਲਤਾਨ ਬਣਿਆ ਸੀ ਦਿੱਲੀ ਦਾ। ਤਾਂ ਉਦੋਂ ਇਲਤੁਤਮਿਸ ਨੇ ਮੰਗੋਲਾਂ ਦੇ ਹਮਲੇ ਚੰਗੇਜ਼ ਖਾਂ ਦੀ ਅਗਵਾਈ ਵਿੱਚ ਜੋ ਆ ਰਹੇ ਸਨ ਉਹਨਾਂ ਤੋਂ ਭਾਰਤ ਨੂੰ ਬਚਾਇਆ ਸੀ। ਤਾਂ ਉਦੋਂ ਤੋਂ ਬਚਾਇਆ ਹੋਇਆ ਭਾਰਤ 1519 ਈਸਵੀ ਤੱਕ ਇਹਨਾਂ ਮੁਗਲਾਂ ਦੇ ਹਮਲਿਆਂ ਤੋਂ ਸੁਰੱਖਿਅਤ ਰਿਹਾ ਸੀ। ਤਾਂ ਬਾਬਰ ਨੇ 1519 ਵਿੱਚ ਜਾ ਕੇ ਭਾਰਤ ਉੱਤੇ ਹਮਲੇ ਸ਼ੁਰੂ ਕੀਤੇ ਸਨ। ਤਾਂ ਅਸੀਂ ਹਿਸਾਬ ਲਾ ਸਕਦੇ ਹਾਂ ਕਿ 1211 ਅਤੇ ਕਿੱਥੇ 1526, ਲਗਭਗ 300 ਸਾਲ ਇਹਨਾਂ ਮੰਗੋਲਾਂ ਨੇ ਭਾਰਤ ਵੱਲ ਮੂੰਹ ਨਹੀਂ ਕੀਤਾ ਸੀ, ਕਿਉਂਕਿ ਜੋ ਸੁਲਤਾਨ ਸੀ ਉਹ ਇਹਨਾਂ ਦਾ ਹਰ ਵਾਰ ਉੱਤਰ ਪੱਛਮੀ ਸਰਹੱਦ 'ਤੇ ਪੰਜਾਬ ਵਾਲੇ ਇਲਾਕੇ 'ਤੇ ਹੀ ਇਹਨਾਂ ਨੂੰ ਰੋਕ ਦਿੰਦੇ ਸਨ। ਤਾਂ 1526 ਦੇ ਵਿੱਚ ਕਿਉਂਕਿ 15ਵੀਂ ਸਦੀ ਦੇ ਵਿੱਚ ਦਿੱਲੀ ਦੇ ਸੁਲਤਾਨ ਘਰੇਲੂ ਬਗਾਵਤ ਕਰਕੇ ਖੇਰੂ ਹੋ ਗਏ ਸਨ, ਜਿਸ ਕਰਕੇ ਇਹਨਾਂ ਮੰਗੋਲਾਂ ਦੇ ਅਗਲੇ ਖਾਨਦਾਨ ਮੁਗਲਾਂ ਨੂੰ ਮੌਕਾ ਮਿਲਿਆ। ਤਾਂ ਜੋ ਮੁਗਲ ਸੀ ਇਹ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਂ, ਤੁਹਾਨੂੰ ਮੈਂ ਦੱਸਤਾ ਵੀ ਚੰਗੇਜ਼ ਖਾਂ ਇਲਤੁਤਮਿਸ 1211 ਵਿੱਚ ਉਸਨੇ ਰਾਜ ਕੀਤਾ। ਉਦੋਂ ਹਮਲਾ ਕਰਨ ਆਏ ਸੀ ਭਾਰਤ ਉੱਤੇ, ਪਰ ਉਸਨੇ ਬੜੀ ਸਿਆਣਪ ਨਾਲ ਉਹਨਾਂ ਨੂੰ ਹਮਲਾ ਕਰਨ ਤੋਂ
ਬਿਨਾਂ ਲੜਾਈ ਕੀਤੇ ਹੀ ਰੋਕਿਆ ਸੀ। ਫਿਰ 1211 ਤੋਂ ਬਾਅਦ 300 ਸਾਲਾਂ ਦੇ ਬਾਅਦ ਲਗਭਗ 1519 ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਸੀ ਭਾਰਤ ਉੱਤੇ। ਉਹ ਵੀ ਦੌਲਤ ਖਾਂ ਲੋਧੀ ਹੋਰਾਂ ਦੇ ਕਹਿਣ 'ਤੇ। ਜੇਕਰ ਇਬਰਾਹਿਮ ਲੋਧੀ ਦੌਲਤ ਖਾਂ ਲੋਧੀ ਨਾਲ ਭੈੜਾ ਸਲੂਕ ਨਾ ਕਰਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਤਾਂ ਫਿਰ 21 ਅਪ੍ਰੈਲ 1526 ਈਸਵੀ ਨੂੰ ਇਬਰਾਹਿਮ ਲੋਧੀ ਨੂੰ ਬਾਬਰ ਨੇ ਹਰਾਇਆ। ਲੜਾਈ ਪਹਿਲੀ ਹੋਈ ਪਾਣੀਪਤ ਦੀ ਅਤੇ ਉਸਨੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਜੇਕਰ ਤੁਹਾਨੂੰ ਕੁਐਸਚਨ ਆ ਜਾਵੇ ਕਿ ਬਾਬਰ ਕਿੱਥੋਂ ਦਾ ਸੀ, ਬਾਬਰ ਕਾਬੁਲ ਜੋ ਕਿ ਅੱਜ ਕੱਲ੍ਹ ਅਫਗਾਨਿਸਤਾਨ ਦੀ ਰਾਜਧਾਨੀ ਹੈ ਉੱਥੋਂ ਦਾ ਸੀ, ਉੱਥੋਂ ਦਾ ਸ਼ਾਸਕ ਸੀ। ਬਾਬਰ ਕੌਣ ਸੀ? ਬਾਬਰ ਮੁਗਲ ਸੀ। ਬਾਬਰ ਕਿਸ ਦੇ ਖਾਨਦਾਨ ਵਿੱਚੋਂ ਸੀ? ਚੰਗੇਜ਼ ਖਾਨ ਦੇ ਖਾਨਦਾਨ ਵਿੱਚੋਂ ਸੀ। ਬਾਬਰ ਨੇ ਕਿਸ ਸਾਮਰਾਜ ਦੀ ਨੀਂਹ ਰੱਖੀ? ਮੁਗਲ ਸਾਮਰਾਜ ਦੀ ਨੀਂਹ ਰੱਖੀ। ਤੁਹਾਨੂੰ ਉਲਟ ਵੀ ਆ ਸਕਦਾ ਕਿ ਮੁਗਲ ਸਾਮਰਾਜ ਦੀ ਨੀਂਹ ਕਿਸ ਨੇ ਰੱਖੀ? ਬਾਬਰ ਨੇ ਰੱਖੀ, ਜੋ ਕਿ 1526 ਈਸਵੀ ਤੋਂ ਲੈ ਕੇ 1530 ਈਸਵੀ ਤੱਕ ਰਿਹਾ। ਹੁਣ ਅਸੀਂ ਬਾਬਰ ਬਾਰੇ ਕਰਾਂਗੇ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਉਹ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ 'ਤੇ ਮੱਧ ਏਸ਼ੀਆ ਤੋਂ ਭਾਰਤ ਆਇਆ। ਬਾਬਰ ਨੇ 1526 ਈਸਵੀ ਨੂੰ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰਾ 'ਤੇ ਕਬਜ਼ਾ ਕਰ ਲਿਆ। ਬਾਬਰ ਵੱਲੋਂ ਅਜਿਹਾ ਕਰਨ 'ਤੇ ਕਿਉਂਕਿ ਰਾਣਾ ਸਾਂਗਾ ਨੂੰ ਇਸ ਤਰ੍ਹਾਂ ਸੀ ਰਾਣਾ ਸਾਂਗਾ ਨੂੰ ਇਸ ਤਰ੍ਹਾਂ ਸੀ ਕਿ ਬਾਬਰ ਆਗਰਾ ਅਤੇ ਦਿੱਲੀ 'ਤੇ ਕਬਜ਼ਾ ਨਹੀਂ ਕਰੇਗਾ। ਤਾਂ ਜਦੋਂ ਬਾਬਰ ਨੇ ਦਿੱਲੀ ਅਤੇ ਆਗਰਾ 'ਤੇ ਕਬਜ਼ਾ ਕਰ ਲਿਆ ਤਾਂ ਇਹ ਗੱਲ ਰਾਣਾ ਸਾਂਗਾ ਬਰਦਾਸ਼ਤ ਨਾ ਕਰ ਸਕਿਆ। ਜਦੋਂ ਉਹ ਬਰਦਾਸ਼ਤ ਨਾ ਕਰ ਸਕਿਆ ਤਾਂ ਬਦਲੇ ਵਿੱਚ ਆ ਕੇ ਉਸਨੇ ਬਾਬਰ ਨਾਲ ਲੜਾਈ ਕੀਤੀ। ਤਾਂ ਬਾਬਰ ਨੇ 1527 ਈਸਵੀ ਵਿੱਚ ਖਨੂਆ ਦੀ ਲੜਾਈ ਵਿੱਚ ਉਸ ਨੂੰ ਵੀ ਹਰਾ ਦਿੱਤਾ ਅਤੇ ਉੱਤਰੀ ਭਾਰਤ 'ਤੇ ਅਧਿਕਾਰ ਕਰ ਲਿਆ। ਤਾਂ 1528 ਵਿੱਚ ਲੜਾਈ ਹੋਈ ਚੰਦੇਰੀ ਦੀ। ਉਸ ਵਿੱਚ ਉਸਨੇ ਰਾਜਪੂਤਾਂ ਨੂੰ ਅਤੇ 1529 ਵਿੱਚ ਉਸਨੇ ਅਫਗਾਨਾਂ ਨੂੰ ਘਾਗਰਾ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਬਾਬਰ ਨੇ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਇਹਨਾਂ ਚਾਰੇ ਲੜਾਈਆਂ ਨੂੰ ਕਿਵੇਂ ਯਾਦ ਕਰਨਾ, ਇਹ ਮੈਂ ਤੁਹਾਨੂੰ ਅੱਜ ਹੀ 2 ਜਾਂ 3 ਮਿੰਟ ਦੀ ਵੱਖਰੀ ਵੀਡੀਓ ਬਣਾ ਕੇ ਇਸ ਦਾ ਤਰੀਕਾ ਦੱਸ ਦੇਵਾਂਗਾ ਤਾਂ ਕਿ ਤੁਹਾਨੂੰ ਯਾਦ ਹੋ ਜਾਵੇ ਕਿ ਲੜਾਈ ਪਹਿਲੀ ਕਿਹੜੀ ਹੋਈ, ਦੂਜੀ ਕਿਹੜੀ ਹੋਈ, ਤੀਜੀ ਕਿਹੜੀ ਹੋਈ ਅਤੇ ਚੌਥੀ ਕਿਹੜੀ ਹੋਈ, ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ। 1530 ਨੂੰ ਬਾਬਰ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਹਿਮਾਯੂ ਉਸ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ। ਮੁਗਲ ਕੌਣ ਸਨ? ਇਹ ਅਸੀਂ ਪੜ੍ਹ ਹੀ ਲਿਆ। ਮੁਗਲ ਕੌਣ ਸਨ? ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ? ਬਾਬਰ ਨੇ ਭਾਰਤ ਦੀ ਧਨ ਦੌਲਤ ਬਾਰੇ ਸੁਣਿਆ। ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ। ਸਹੀ ਮਿਲਾਨ ਕਰੋ। ਬਾਬਰ ਦੀ ਮੌਤ 1530, ਕਾਨਵਾ ਦੀ ਲੜਾਈ 1528, ਫਿਰ ਲੜਾਈ ਹੋਈ ਚੰਦੇਰੀ ਦੀ 1530। ਇਸ ਤਰ੍ਹਾਂ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਪਾਠ ਨੰਬਰ 14 ਮੁਗਲ ਸਾਮਰਾਜ ਦੇ ਬਾਬਰ ਬਾਰੇ ਪੜ੍ਹਿਆ ਹੈ ਅਤੇ ਹੇਠਾਂ ਇਸ ਦੇ ਸਾਰੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਹੋਏ ਹਨ ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਧੰਨਵਾਦ। ਇਸ ਤਰ੍ਹਾਂ ਵਿਦਿਆਰਥੀ ਆਪਣਾ ਕੰਮ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਰਾਹੀਂ ਇਹਨਾਂ ਦੇ ਕੁਐਸਚਨ ਆਨਸਰ ਅੱਜ ਵਾਲੀ ਸਲਾਈਡ 'ਤੇ ਕਰ ਸਕਦੇ ਹਨ ਤਾਂ ਜੋ ਉਹਨਾਂ ਦਾ ਕੰਮ ਪੂਰਾ ਹੋ ਸਕੇ। ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਕਰ ਸਕਣ। ਧੰਨਵਾਦ।